प्यारे दर्शकों, सत श्री अकाल, नमस्ते, आदाब। पंजाबी ट्रिब्यून के रोज़ाना प्रोग्राम वेले की गल भी तुहाडा स्वागत है। मैं बलविंदर सिंह सिपरे ते अज असी गल करांगे दो तीन विषयों ते। सब तो अहम ते जिहड़ा साडा मामला किसान अंदोलन तो है ही है, ते नाल ही एक दो होर भी मुद्दे हैं साडे चौगिरदे नाल जुड़े हुए, साडे सारे हालात नाल जुड़े हुए। ते जिथे तक किसान अंदोलन दिल्ली मोर्चे की गल है, मोर्चे वालों 26 मई ਨੂੰ ਕਾਲਾ ਦਿਵਸ ਦੇਸ਼ ਭਰ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਦੋ ਉਸ ਮੇਨ ਮੁੱਦੇ ਹਨ। ਇੱਕ 6 ਮਹੀਨੇ ਹੋ ਰਹੇ ਹਨ ਦਿੱਲੀ ਗਏ ਨੂੰ, ਜੋ 6 ਨਵੰਬਰ ਨੂੰ ਪਿਛਲੇ 26 ਨਵੰਬਰ ਨੂੰ ਪਿਛਲੇ ਸਾਲ ਗਿਆ ਸੀ ਮੋਰਚਾ ਦਿੱਲੀ, ਔਰ ਦੂਜਾ 7 ਸਾਲ ਹੋ ਰਹੇ ਹਨ ਨਰਿੰਦਰ ਮੋਦੀ ਸਰਕਾਰ ਨੂੰ, ਜੋ NDA ਦੀ ਸਰਕਾਰ ਦੇਸ਼ ਵਿੱਚ ਚੱਲ ਰਹੀ ਹੈ। ਤਾਂ ਇਹ ਮਾਮਲੇ ਹਨ। ਇਹਨਾਂ 'ਤੇ ਸਾਡੇ ਨਾਲ ਗੱਲ ਕਰਨ ਲਈ ਹਾਜ਼ਰ ਨੇ ਸਾਡੇ ਨਾਲ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ। ਅਤੇ ਅਸੀਂ ਹਮੀਰ ਸਿੰਘ ਜੀ ਤੋਂ ਪਹਿਲਾਂ ਇਹੀ ਜਾਣਾਂਗੇ ਕਿ ਜਿਹੜਾ ਇਹ ਸੱਦਾ ਦਿੱਤਾ ਗਿਆ ਹੈ 26 ਮਈ ਦੇ ਕਾਲਾ ਦਿਵਸ ਦਾ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਇਹ 26 ਤਰੀਕ ਦਾ ਐਲਾਨ ਸੰਯੁਕਤ ਮੋਰਚੇ ਨੇ ਕੀਤਾ ਸੀ ਅਤੇ ਅੱਜ ਹੀ ਇੱਥੇ ਜਿਹੜੀ ਉਗਰਾਹਾਂ ਗਰੁੱਪ ਦੇ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਦੀ ਟੀਮ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਉਹਦਾ ਮਤਲਬ ਕੀ ਹੈ। ਕਿਉਂਕਿ ਹੁਣ ਕਿਸਾਨ ਵੀ ਇਹ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਦੋ ਫਰੰਟਾਂ 'ਤੇ ਲੜਨਾ ਪੈ ਰਿਹਾ। ਇੱਕ ਤਾਂ ਪਹਿਲਾਂ ਹੈ ਹੀ 3 ਖੇਤੀ ਕਾਨੂੰਨਾਂ ਦਾ ਸਵਾਲ ਸੀ, ਜਿਹੜਾ ਮੋਦੀ ਔਰ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਉਹ ਲੜਾਈ ਲੜ ਰਹੇ ਨੇ। ਦੂਜਾ ਕਰੋਨਾ ਦਾ ਵੀ ਅੰਦੋਲਨ 'ਤੇ ਅਸਰ, ਜਿਵੇਂ ਸਰਕਾਰ ਉਹ ਕਹਿੰਦੇ ਨੇ ਕਿ ਇਸ ਲੈਵਲ ਦੀ ਬਾਰ-ਬਾਰ ਗੱਲਾਂ ਕਰ ਰਹੀ ਹੈ ਕਿ ਕਰੋਨਾ ਦੇ ਡਰ ਅਤੇ ਦਹਿਸ਼ਤ ਦੇ ਨਾਲ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਇੱਕ ਗੱਲ ਹੈ, ਇਹ ਸਾਰੀਆਂ ਗੱਲਾਂ 'ਤੇ ਇੱਕ ਮਤਲਬ ਦੇਖਦੇ ਹੋਏ ਉਹ ਇਹ ਕਰਨਾ ਚਾਹੁੰਦੇ ਨੇ ਕਿ 26 ਤਰੀਕ ਨੂੰ ਕਾਲੇ ਦਿਵਸ ਦੇ ਤੌਰ 'ਤੇ ਮਨਾਇਆ ਜਾਏ। ਕਾਲੇ ਦਿਵਸ ਦਾ ਮਤਲਬ ਇਹ ਹੈ ਕਿ ਘਰ ਘਰ ਦੇ ਵਿੱਚ ਉੱਤੇ ਕਾਲੇ ਝੰਡੇ ਲਾਏ ਜਾਣ, ਪਿੰਡ ਪਿੰਡ ਗਲੀ ਗਲੀ ਮੁਹੱਲੇ ਸ਼ਹਿਰਾਂ ਦੇ ਵਿੱਚ 12 ਵਜੇ ਦੇ ਕਰੀਬ ਜਿਹੜੇ ਮੋਦੀ ਅਤੇ ਕਾਰਪੋਰੇਟ ਦੇ ਪੁਤਲੇ ਫੂਕੇ ਜਾਣ। ਅਤੇ ਇੱਕ ਉਹਨਾਂ ਨੇ ਇਹ ਗੱਲ ਕੀਤੀ ਹੈ, ਉਗਰਾਹਾਂ ਗਰੁੱਪ ਨੇ ਇਕੱਲੀ ਕੀਤੀ ਹੈ ਕਿ ਕਰੋਨਾ ਦੇ ਵਿੱਚ ਜਿਹੜਾ ਬੰਦੋਬਸਤ ਪ੍ਰੋਪਰ ਨਹੀਂ ਹੋ ਰਿਹਾ ਜਾਂ ਜਬਰੀ ਲੋਕਾਂ 'ਤੇ ਜ਼ਬਰਦਸਤੀ ਪੁਲਿਸ ਕਰ ਰਹੀ ਹੈ ਕਈ ਮਾਮਲਿਆਂ ਦੇ ਵਿੱਚ, ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ 3 ਦਿਨ ਦਾ ਧਰਨਾ, ਮਤਲਬ ਉਸ ਤੋਂ ਬਾਅਦ 26 ਤੋਂ ਬਾਅਦ 28 29 30 ਦੇ ਕਰੀਬ 3 ਦਿਨ ਦਾ ਧਰਨਾ ਜਿਹੜਾ ਉਹ ਪਟਿਆਲੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਬਾਹਰ ਲਾਉਣ ਦਾ ਵੀ ਫੈਸਲਾ ਕੀਤਾ। ਇੱਕ ਨਵੀਂ ਉਹਦੇ 'ਚ ਐਡੀਸ਼ਨ ਉਹਨਾਂ ਨੇ ਇਹ ਕੀਤੀ ਹੈ। ਪਰ ਜਿਹੜਾ ਸਵਾਲ ਹੈਗਾ ਕਿਸਾਨ ਅੰਦੋਲਨ ਦਾ, ਕਿਸਾਨ ਅੰਦੋਲਨ ਨੂੰ 6 ਮਹੀਨੇ ਹੋ ਜਾਣੇ ਨੇ। ਸਾਰੀ ਸਰਦੀ ਲੰਘ ਗਈ, ਪਹਿਲਾਂ ਹਾੜੀ ਦਾ ਸੀਜ਼ਨ ਅਤੇ ਫਿਰ ਪਹਿਲਾਂ ਝੋਨੇ ਦਾ ਸੀਜ਼ਨ ਅਤੇ ਫਿਰ ਹਾੜੀ ਦਾ ਸੀਜ਼ਨ ਲੰਘ ਗਿਆ। ਹੁਣ ਵੀ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ। ਆਹ 2 ਦਿਨ ਤੋਂ ਤਾਂ ਉੱਥੇ ਬਰਸਾਤ ਨੇ ਅਤੇ ਤੂਫਾਨ ਨੇ ਜਿਸ ਲੈਵਲ ਦਾ ਮਾਹੌਲ ਪੈਦਾ ਕੀਤਾ, ਪਰ ਫਿਰ ਵੀ ਉੱਥੇ ਡਟੇ ਹੋਏ ਨੇ ਕਿਸਾਨ ਖਾਸ ਤੌਰ ਦੇ ਉੱਤੇ ਜਿਹੜੇ ਬਾਂਸਾਂ ਦੇ ਘਰ ਬਣਾ ਕੇ, ਟੈਂਟ ਲਾ ਕੇ, ਬਾਕੀ ਦਾ ਹੋਰ ਜਿਹੜੇ ਬੰਦੋਬਸਤ ਕਰਕੇ ਉੱਥੇ ਲਗਾਤਾਰ ਡਟੇ ਹੋਏ ਨੇ। ਇਹਦੇ 'ਚ ਉਹਨਾਂ ਨੇ ਇੱਕ ਦੋਸ਼ ਲਾਇਆ ਹੈ ਕਿ ਸਰਕਾਰ ਕਰੋਨਾ ਦਾ ਦੋਸ਼ ਲਾ ਰਹੀ ਹੈ, ਪਰ ਕਦੇ ਵੀ ਇਹ ਕਿਸਾਨ ਆਗੂਆਂ ਨਾਲ ਬੈਠ ਕੇ ਗੱਲ ਨਹੀਂ ਕੀਤੀ ਕਿ ਕਰੋਨਾ ਤੋਂ ਬਚਾਓ ਦੇ ਲਈ ਤੁਸੀਂ ਕੀ ਸਹਾਇਤਾ ਕਰਨਾ ਚਾਹੁੰਦੇ ਹੋ। ਅਤੇ ਉਹ ਸਗੋਂ ਇਹਨੂੰ ਇਹ ਮੋਰਚੇ ਨੂੰ ਇਹ ਬਦਨਾਮ ਕਰਨ ਦੀ ਟਰਾਈ ਕੀਤੀ ਜਾ ਰਹੀ ਹੈ ਕਿ ਕਰੋਨਾ ਮੋਰਚੇ ਕਰਕੇ ਵੱਧ ਰਿਹਾ ਪਿੰਡਾਂ ਦੇ ਵਿੱਚ ਜਾਂ ਬਾਹਰ। ਉਹ ਕਹਿੰਦੇ ਸਾਡੇ ਕੋਲ ਤੱਥ ਨੇ, ਤੱਥਾਂ ਦੇ ਤੌਰ ਦੇ ਉੱਤੇ ਜਿੱਥੋਂ ਜਿਹੜੇ ਸੂਬਿਆਂ ਦੇ ਵਿੱਚੋਂ ਕਿਸਾਨ ਅੰਦੋਲਨ 'ਚ ਲੋਕ ਘੱਟ ਵੀ ਨੇ, ਉੱਥੇ ਕਰੋਨਾ ਕਿਉਂ ਵੱਧ ਰਿਹਾ। ਔਰ ਇਹ ਵੀ ਤੱਥ ਸਾਹਮਣੇ ਆਏ ਨੇ ਕਿ ਕੁੰਭ ਦੇ ਮੇਲੇ ਕਰਕੇ ਜਾਂ ਤੁਹਾਡੀਆਂ ਪੋਲੀਟੀਕਲ ਰੈਲੀਆਂ ਕਰਕੇ, ਬਾਕੀ ਗੱਲਾਂ ਕਰਕੇ ਵਧਿਆ। ਇੱਕ ਤਾਂ ਇਹਦਾ ਇਹ ਪਹਿਲੂ ਹੈ ਕਿ ਮੋਰਚੇ ਦੇ ਨਾਲ ਸਮੁੱਚੀ ਕਿਸਾਨੀ, ਆਮ ਲੋਕਾਂ, ਟਰੇਡ ਯੂਨੀਅਨਾਂ, ਵਪਾਰੀਆਂ ਸਭ ਦਾ ਸਾਥ ਲੈ ਕੇ ਉਸ ਦਿਨ ਇਹ ਦਿਖਾਉਣਾ ਕਿ ਮੋਰਚਾ ਇੰਟੈਕਟ ਹੈ, ਲੋਕਾਂ ਦੀ ਹਮਦਰਦੀ ਮੋਰਚੇ ਦੇ ਨਾਲ ਹੈ, ਲੋਕ ਮੋਦੀ ਸਰਕਾਰ ਦੇ ਖਿਲਾਫ ਲੜਾਈ ਦੇ ਵਿੱਚ ਸ਼ਾਮਲ ਨੇ। ਦੂਜੀ ਗੱਲ ਇਹ ਹੈ ਇਹਦੀ ਕਿ ਉਸ ਦਿਨ ਮੋਦੀ ਸਰਕਾਰ ਨੂੰ ਪੂਰੇ 7 ਸਾਲ ਹੋਣ ਵਾਲੇ ਨੇ। 5 ਸਾਲ ਪਹਿਲੇ ਅਤੇ 2 ਸਾਲ ਆ ਨਵੇਂ 2019 ਤੋਂ ਬਾਅਦ। ਅਤੇ ਉਹਦੇ 'ਚ ਵੀ ਮੋਦੀ ਸਰਕਾਰ ਨੇ ਪਹਿਲੇ ਆਪਣੀ ਟੈਨਿਓਰ 'ਚ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰ ਦੇਣੀ ਹੈ। ਇੱਕ ਤਾਂ ਇਹ ਵੱਡਾ ਸਵਾਲ ਸੀ। ਔਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਹਾਲਤ ਕੀ ਹੈ, ਉਹ ਕਿਸਾਨ ਦੱਸ ਹੀ ਰਹੇ ਨੇ ਸਭ ਦੇ ਸਾਹਮਣੇ ਕਿ ਖੁਦਕਸ਼ੀਆਂ ਵੀ, ਕਰਜ਼ਾ ਵੀ, ਰੇਟ ਵੀ, ਉਹ ਸਾਰੇ ਰੇਟ ਸਭ ਦੇ ਸਾਹਮਣੇ ਨੇ। ਕਿਉਂਕਿ ਕਰਜ਼ੇ ਨੂੰ ਤੁਸੀਂ ਐਡਰੈਸ ਹੀ ਨਹੀਂ ਕਰ ਰਹੇ। ਇਸੇ ਕਰਕੇ ਆਮਦਨ ਦੇ ਕਰਕੇ ਕਿਸਾਨ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਚਾਹੁੰਦਾ, ਉਹ ਤੁਸੀਂ ਦੇਣ ਲਈ ਤਿਆਰ ਨਹੀਂ, ਅਤੇ ਤੁਸੀਂ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤਿਆਰ ਹੋ। ਇਸੇ ਕਰਕੇ ਕਿਸਾਨ ਉਹਦੇ ਖਿਲਾਫ ਨੇ। ਅਤੇ ਦੂਜੀ ਗੱਲ ਇਹ ਹੈ ਜਿਹੜਾ ਕਰੋਨਾ ਦੀ ਮਹਾਂਮਾਰੀ ਹੈ, ਔਰ ਕਰੋਨਾ 'ਚ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਬਹੁਤੀਆਂ, ਕਿਸਾਨ ਆਗੂ ਇਹ ਕਹਿ ਰਹੇ ਨੇ
ਕਿ ਉਹ ਮੌਤਾਂ ਕਰੋਨਾ ਕਰਕੇ ਘੱਟ ਹੋ ਰਹੀਆਂ ਨੇ, ਪਰ ਸਿਹਤ ਦੇ ਪ੍ਰਬੰਧ ਨਾ ਹੋਣ ਕਰਕੇ ਜ਼ਿਆਦਾ ਹੋ ਰਹੀਆਂ ਨੇ। ਕਿਉਂਕਿ ਇੱਕ ਤਾਂ ਮੌਤ ਤਾਂ ਫਿਰ ਹੋਣੀ ਹੈ ਜਦ ਤੁਸੀਂ ਨਹੀਂ ਪ੍ਰਬੰਧ ਕਰ ਰਹੇ, ਔਰ ਜਦੋਂ ਤੁਸੀਂ ਕਹਿੰਦੇ ਹੋ ਤੁਹਾਡੇ ਕੋਈ ਆਕਸੀਜਨ ਨਹੀਂ ਮਿਲ ਰਹੀ, ਤੁਹਾਡੇ ਕੋਈ ਵੈਂਟੀਲੇਟਰ ਨਹੀਂ ਮਿਲ ਰਹੇ, ਬੈੱਡ ਨਹੀਂ ਮਿਲ ਰਹੇ, ਤੁਹਾਡੇ ਕੋਈ ਬਜਟ ਨਹੀਂ ਦਿੱਤਾ ਜਾ ਰਿਹਾ, ਤੁਹਾਡੇ ਈਵਨ ਪੂਰੀ ਵੈਕਸੀਨੇਸ਼ਨ ਦੇ ਸਵਾਲ ਦੇ ਉੱਤੇ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਕੋਲ ਪੂਰੀਆਂ ਡੋਜ਼ੇਜ ਨਹੀਂ ਹੈ। ਹਾਲਾਂਕਿ ਵੈਕਸੀਨੇਸ਼ਨ 'ਤੇ ਵੀ ਉਹਨਾਂ ਨੇ ਸਵਾਲ ਉਠਾਏ ਕਿ ਵੱਖ-ਵੱਖ ਤਰ੍ਹਾਂ ਦੇ ਸਵਾਲ ਆ ਰਹੇ ਨੇ, ਭਰੋਸਾ ਨਹੀਂ ਵੱਜ ਰਿਹਾ ਕਿ ਇਹ ਵੈਕਸੀਨੇਸ਼ਨ ਠੀਕ ਹੈ ਜਾਂ ਨਹੀਂ ਠੀਕ ਹੈ। ਇਹਦੇ 'ਚੋਂ ਮੋਦੀ ਸਰਕਾਰ ਦਾ ਅਕਸ ਜਿਹੜਾ ਹੈ ਉਹ ਕਿਸਾਨ ਅੰਦੋਲਨ ਕਰਕੇ ਵੀ, ਕਰੋਨਾ ਦੇ ਵਿੱਚ ਲਾਪਰਵਾਹੀ ਕਰਕੇ ਤੇ ਅਯੋਗਤਾ ਕਰਕੇ, ਮਤਲਬ ਤੁਸੀਂ ਸਾਬਤ ਨਹੀਂ ਹੋਏ ਕਿ ਤੁਸੀਂ ਕਾਬਲ ਬੰਦੇ ਹੋ, ਤੁਹਾਡੀ ਕੋਈ ਵਿਉਂਤ ਇਸ ਲੈਵਲ ਦੀ ਹੋ ਸਕਦੀ ਹੈ, ਇਸ ਕਰਕੇ ਉਹਦਾ ਜਿਹੜਾ ਅਕਸ ਲਗਾਤਾਰ ਨੀਚੇ ਡਿੱਗਦਾ ਜਾ ਰਿਹਾ, ਡਿੱਗਦਾ ਜਾ ਰਿਹਾ, ਡਿੱਗਦਾ ਜਾ ਰਿਹਾ। ਇਹ ਦੋਨੇ ਗੱਲਾਂ ਨੂੰ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਅਜਮਾਉਣ ਦੇ ਵਾਸਤੇ ਕਿਸਾਨਾਂ ਨੇ ਇਹ ਸੱਦੇ ਦਿੱਤੇ ਨੇ, ਔਰ ਉਹ ਕਹਿੰਦੇ ਨੇ ਕਿ ਪਿੰਡ ਪਿੰਡ, ਘਰ ਘਰ, ਗਲੀ ਗਲੀ, ਵੱਖ-ਵੱਖ ਜਥੇਬੰਦੀਆਂ ਨਾਲ ਵੀ ਅਸੀਂ ਰਾਬਤਾ ਕਰ ਰਹੇ ਹਾਂ ਤੇ ਇਹਨੂੰ ਕਾਮਯਾਬ ਕਰਾਂਗੇ। ਜੀ, ਇਹ ਗੱਲ ਤਾਂ ਹੁਣ ਸਾਹਮਣੇ ਆ ਗਈ ਹੈ ਕਿ ਜੋ ਸਰਕਾਰ ਦੀ ਜੋ ਨਲਾਇਕੀ ਹੈ, ਨਾ ਅਹਿਲੀਅਤ ਹੈ, ਤੇ ਉਹ ਸਾਰਾ ਇਹਦਾ ਹੀਜ ਪਿਆਜ਼ ਨੰਗਾ ਹੋ ਗਿਆ ਕਰੋਨਾ ਨੇ, ਜਿਵੇਂ ਦੂਜੀ ਲਹਿਰ ਨੇ ਕੀਤਾ। ਚਲੋ ਪਹਿਲੀ ਲਹਿਰ ਤਾਂ ਜੋ ਹੈ ਸੀ, ਪਰ ਇਹ ਗੱਲ ਵੀ ਸਾਫ਼ ਹੈ ਕਿ ਸਰਕਾਰਾਂ ਉਲਟਾ, ਜਿਵੇਂ ਮੋਦੀ ਜੀ ਨੇ ਕਿਹਾ ਸੀ ਕਿ ਇਸ ਨੂੰ ਮੌਕਾ ਬਣਾਓ, ਉਹਨਾਂ ਨੇ ਮੌਕਾ ਆਮ ਲੋਕਾਂ ਦੇ ਜੋ ਹੱਕ ਨੇ ਤੇ ਉਹਨੂੰ ਦਬਾਉਣ, ਔਰ ਦੇਸ਼ ਵਿੱਚ ਜੋ ਸੰਘੀ ਸਿਸਟਮ ਹੈ ਉਸ ਨੂੰ ਦਬਾਉਣ ਲਈ ਇਹਨਾਂ ਨੇ ਇਸਤੇਮਾਲ ਕੀਤਾ, ਤੇ ਉਸ ਦਾ ਹੀ ਨਤੀਜਾ ਇਹ ਸਾਡਾ ਦਿੱਲੀ ਮੋਰਚਾ ਹੈ। ਤੇ ਇਸ ਦੇ ਨਾਲ ਹੀ ਦੂਜੀ ਗੱਲ ਹਮੀਰ ਸਿੰਘ ਜੀ ਇਹ ਆਈ ਹੈ ਕਿ ਇੱਕ ਵੀਡੀਓ ਵਾਇਰਲ ਹੋਈ ਹੈ ਜਿਹੜੀ ਡੇਰਾ ਮੁਖੀ ਦੀ ਰਿਹਾਈ ਦੀ ਅਰਦਾਸ ਦੀ, ਜਿਹੜਾ ਬੰਦਾ ਪੰਥ ਜੋ ਛਕਿਆ ਹੋਇਆ ਉਹਦੇ ਗੁਰਦੁਆਰਾ ਸਾਹਿਬ 'ਚ ਨਿਹੰਗ ਸਿੰਘ ਵੱਲੋਂ ਅਰਦਾਸ ਕੀਤੀ ਗਈ, ਤੇ ਅਗਲੇ ਦਿਨ ਡੇਰਾ ਮੁਖੀ ਨੂੰ ਪੈਰੋਲ ਵੀ ਦੇ ਦਿੱਤੀ ਗਈ, ਔਰ ਉੱਪਰੋਂ ਬੀਜੇਪੀ ਨੇ ਉਸ ਦੀ ਹਮਾਇਤ ਵੀ ਕੀਤੀ ਹੈ ਜੋ ਅਰਦਾਸ ਕੀਤੀ ਗਈ, ਔਰ ਉਸ ਤੋਂ ਬਾਅਦ ਉਸਨੇ ਐਡਾ ਬੜਾ ਕਾਫਲਾ ਲੈ ਕੇ ਉੱਥੇ ਕਰੋਨਾ ਪ੍ਰੋਟੋਕੋਲ ਦੇ ਉਲੰਘਣਾ ਕਰਕੇ ਉਹ ਡੇਰਾ ਮੁਖੀ ਗਿਆ। ਇਹ ਸਾਰੀਆਂ ਗੱਲਾਂ ਇਹ ਕਿਸ ਪਾਸੇ ਇਸ਼ਾਰਾ ਕਰਦੀਆਂ ਨੇ ਜੀ? ਅਸਲ ਦੇ ਵਿੱਚ ਜਿਹੜਾ ਇਹ ਮਾਮਲਾ ਸੀ ਅਰਦਾਸ ਵਾਲਾ, ਉਹ ਇੱਕੋ ਬੰਦੇ ਨੇ ਦੋ ਅਰਦਾਸਾਂ ਕੀਤੀਆਂ ਨੇ, ਤੇ ਜਦੋਂ ਤਾਂ ਉਹ ਅੰਦਰ ਅਰਦਾਸ ਕਰਦਾ ਹੋਰ ਕੱਪੜਿਆਂ ਦੇ ਵਿੱਚ ਹੈ, ਜਦੋਂ ਮੋਦੀ ਦੀ ਲੰਮੀ ਉਮਰ ਦੀ ਗੱਲ ਕਰਦਾ, ਜਦੋਂ ਉਹ ਬਾਹਰ ਅਰਦਾਸ ਕਰਾਈ ਜਾਂਦੀ ਹੈ ਤੇ ਉਹਨੂੰ ਬਾਣਾ ਨਿਹੰਗਾ ਦਾ ਪਵਾਇਆ ਜਾਂਦਾ, ਤੇ ਉਹ ਬਾਹਰ ਜਿਹੜਾ ਡੇਰਾ ਮੁਖੀ ਦੀ ਰਿਹਾਈ ਦੀ, ਤੇ ਪਲੱਸ ਇਹ ਵੀ ਕਹਿੰਦਾ ਇਸੇ ਗੁਰਦੁਆਰੇ 'ਚ ਮੈਂ ਲਿਆ ਕੇ ਉਹਨਾਂ ਨੂੰ ਦਿਖਾਊਂਗਾ ਤੁਹਾਨੂੰ, ਔਰ ਉਹ ਸਾਰੀ ਜਿਹੜੀ ਗੱਲਬਾਤ ਹੋ ਰਹੀ ਹੈ ਉਹਦੇ 'ਚੋਂ ਇਸ ਕਰਕੇ ਹੁਣ, ਹਾਲਾਂਕਿ ਪੁਲਿਸ ਨੇ ਉਹਦੇ ਤੋਂ ਪੁੱਛਗਿੱਛ ਕੀਤੀ ਹੈ, ਪੁਲਿਸ ਦਾ ਇਹ ਕਹਿਣਾ ਕਿ ਉਹ ਬੰਦਾ ਦਿਮਾਗੀ ਤੌਰ 'ਤੇ ਸਹੀ ਨਹੀਂ ਹੈ, ਉਹ ਇੱਕ ਅਲੱਗ ਸਵਾਲ ਹੈ, ਪਰ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ? ਤੇ ਉੱਥੇ ਲੋਕ ਇਕੱਠ ਦੇ ਰੂਪ ਦੇ ਵਿੱਚ ਵੀ ਕੁਝ ਬੈਠੇ ਦਿਖਾਈ ਦੇ ਰਹੇ ਨੇ, ਤੇ ਉਦੋਂ ਬਾਅਦ ਬੀਜੇਪੀ ਦਾ ਇੱਕ ਸਪੋਕਸ ਪਰਸਨ ਔਨ ਰਿਕਾਰਡ ਟੀਵੀ 'ਤੇ ਆ ਕੇ ਉਹਨੂੰ ਡਿਫੈਂਡ ਕਰਦਾ ਕਿ ਗੱਲ ਠੀਕ ਹੈ, ਜੇਕਰ ਕਿਸੇ ਨੂੰ ਮੋਦੀ ਸਾਹਿਬ ਚੰਗੇ ਲੱਗਦੇ ਨੇ, ਕਿਸੇ ਨੂੰ ਡੇਰਾ ਮੁਖੀ, ਕਿਸੇ ਨੂੰ ਦਲਿਤਾਂ ਦੇ, ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਬੀਜੇਪੀ ਪਹਿਲਾਂ ਕਹਿ ਰਹੀ ਹੈ। ਬੀਜੇਪੀ ਨੇ ਪਹਿਲਾਂ ਐਲਾਨ ਕੀਤਾ ਕਿ ਇਸ ਵਾਰ ਕਿਸੇ ਨੂੰ ਦਲਿਤ ਨੂੰ ਮੁੱਖ ਮੰਤਰੀ ਅਸੀਂ ਬਣਾਵਾਂਗੇ, ਅਕਾਲੀ ਦਲ ਨੇ ਕੀਤਾ ਡਿਪਟੀ ਮੁੱਖ ਮੰਤਰੀ ਬਣਾਵਾਂਗੇ, ਕਿਸੇ ਹੋਰ ਨੇ ਕੀਤਾ ਉਸ ਮਾਮਲੇ ਦੇ ਵਿੱਚ, ਤਾਂ ਉਹ ਕਹਿ ਰਹੇ ਨੇ ਕਿ ਮੋਦੀ ਸਾਹਿਬ ਦਲਿਤ ਹਮਾਇਤੀ ਨੇ, ਇਸ ਕਰਕੇ ਉਹ ਬਣਾਉਣਗੇ ਮੁੱਖ ਮੰਤਰੀ, ਤੇ ਬਾਅਦ 'ਚ ਤਾਂ ਕਿਤੇ ਹੋਰ ਵੀ ਕਹਿੰਦਾ ਸੁਣਿਆ ਉਹ ਬੰਦਾ ਕਿ ਮੈਂ ਮੁੱਖ ਮੰਤਰੀ ਹੋਊਂਗਾ ਜਿਹੜਾ ਪੰਜਾਬ ਦਾ, ਆਪਣੇ ਭਾਈਚਾਰੇ 'ਚੋਂ ਬਣਾਵਾਂਗੇ। ਇਹ ਕੋਈ ਗੱਲ ਆਪਦੇ ਆਪ 'ਚ ਉਸ ਤਰ੍ਹਾਂ ਮਾੜੀ ਨਹੀਂ, ਪਰ ਜਿਹੋ ਜਿਹਾ ਮਾਹੌਲ ਚੱਲ ਰਿਹਾ, ਮਤਲਬ ਜੇਕਰ ਮੁੱਖ ਮੰਤਰੀ ਬਣਨ ਵਾਲੀ ਜੇ ਜਿਹੜਾ ਸੋਸ਼ੇਬਾਜ਼ੀ ਛੱਡੀ ਜਾ ਰਹੀ ਹੈ, ਉਹ ਸਵਾਲ ਹੈ ਦਲਿਤਾਂ ਦੀ ਜਿਹੜੀ ਬਾਕੀ ਦੀ ਸਿਚੁਏਸ਼ਨ ਹੈ, ਟੋਟਲ ਜਿਹੜੀ ਪੜ੍ਹਾਈ ਦੀ ਸਿਚੁਏਸ਼ਨ ਹੈ, ਤੁਸੀਂ ਸਕਾਲਰਸ਼ਿਪ ਤੱਕ ਨਹੀਂ ਦੇ ਪਾ ਰਹੇ, ਜਿਹੜੀ ਸਿਹਤ ਸਹੂਲਤਾਂ ਦੀ ਸਿਚੁਏਸ਼ਨ ਹੈ, ਜਿਹੜੀ ਰੁਜ਼ਗਾਰ ਦਾ ਮਾਮਲਾ ਹੈ, ਲੋਕਾਂ ਦੀਆਂ ਦਿਹਾੜੀਆਂ ਚਲੀਆਂ ਗਈਆਂ ਨੇ, ਉਹਦੇ ਵੱਲ ਤਾਂ ਕੋਈ ਧਿਆਨ ਨਹੀਂ ਹੈ, ਤੇ ਤੁਸੀਂ ਇੱਕ ਮਤਲਬ ਹਵਾ ਚੁੱਡਣ ਵਾਲੀ ਗੱਲ ਕਰਵਾ ਰਹੇ ਹੋ ਕਿਸੇ ਤੋਂ, ਇੱਕ ਮਤਲਬ ਸ਼ੋਸ਼ਾ ਛੱਡ ਰਹੇ ਹੋ ਇਸ ਪੱਧਰ ਦਾ। ਤੇ ਇਹਦੇ 'ਚੋਂ ਇਹ ਬੜੀ ਦੇਰ ਦੀ ਇੱਕ ਸਟ੍ਰੈਟਜਿਕ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਕਿ ਬੀਜੇਪੀ ਹਿੰਦੂ ਪਲੱਸ ਦਲਿਤ ਦਾ ਇੱਕ ਕੰਬੀਨੇਸ਼ਨ ਕਰਕੇ ਸ਼ਾਇਦ ਪੰਜਾਬ 'ਚ ਸੱਤਾ 'ਚ ਆਉਣ ਦਾ ਇੱਕ ਸੁਪਨਾ ਜਾਂ ਦੇਖ ਰਹੀ ਹੈ, ਜਿਹੜੇ ਉਹਦੇ ਆਗੂ ਅੱਗੇ ਵਧਾ ਰਹੇ ਨੇ ਉਸ ਮਾਮਲੇ ਨੂੰ। ਪਰ ਜਿਹੜਾ ਮਾਹੌਲ ਇੱਕ ਟਕਰਾਅ ਦਾ ਹੈ, ਮਾਹੌਲ ਇੱਥੇ ਰਾਮ ਰਹੀਮ ਨਾਲ ਵੀ ਟਕਰਾਅ ਦਾ, ਤੇ ਜਿਹੜਾ ਡੇਰਾ ਮੁਖੀ ਹੈ, ਡੇਰਾ ਮੁਖੀ ਕੋਈ ਪੋਲੀਟੀਕਲ ਤੌਰ 'ਤੇ ਜਾਂ ਕਿਸੇ ਦੇ ਐਲੀਗੇਸ਼ਨ 'ਚ ਜੇਲ੍ਹ 'ਚ ਨਹੀਂ ਹੈ, ਉਹ ਬਲਾਤਕਾਰ ਤੇ ਹੱਤਿਆਵਾਂ ਵਰਗੇ ਗੰਭੀਰ ਜਿਹੜੇ ਉਹਦੇ 'ਤੇ ਦੋਸ਼ ਲੱਗੇ ਨੇ, ਉਹਦੇ ਕਰਕੇ ਉਹ ਜੇਲ੍ਹ ਦੇ ਵਿੱਚ ਹੈ। ਕੋਈ ਐ ਨਹੀਂ ਹੈ ਕਿ ਕਿਸੇ ਨੇ ਇੱਕ ਧਿਰ ਨੇ ਕਿਹਾ ਤੇ ਉਹ ਅੰਦਰ ਚਲਾ ਗਿਆ। ਪੱਤਰਕਾਰ ਜਿਹੜਾ ਛਤਰਪਤੀ ਸੀ, ਰਾਮਚੰਦਰ ਛਤਰਪਤੀ, ਉਹਦਾ ਕਤਲ ਵੀ ਕੇਸ ਵੀ ਉਹਦੇ ਉੱਤੇ ਹੈ, ਤੇ ਇਸੇ ਤਰ੍ਹਾਂ ਕਈ ਕੁੜੀਆਂ ਦਾ ਰੇਪ ਕੇਸ ਦਾ ਮੁਕੱਦਮਾ ਵੀ ਜਿਹੜਾ ਉਹਦੇ ਉੱਤੇ ਹੈ। ਤੇ ਬਾਕੀ ਅਗਲੀ ਗੱਲ ਇਹ ਹੈ ਕਿ ਪੈਰੋਲ ਇੱਕ ਕਾਨੂੰਨੀ ਹੱਕ ਹੋ ਸਕਦਾ ਕਿਸੇ ਦਾ ਵੀ। ਮੰਨ ਲਓ ਜੇ
ਕਿਸੇ ਨੂੰ ਵੀ ਮਿਲਦਾ ਤਾਂ ਕੋਈ ਨਹੀਂ। ਪਰ ਸਵਾਲ ਇਹ ਹੈ ਕਿ ਇਸ ਦੇਸ਼ ਦੇ ਵਿੱਚ ਕੋਈ ਲਾ ਇੱਕ, ਕੋਈ ਤਰੀਕਾਕਾਰ ਇੱਕ ਤਾਂ ਚਾਹੀਦਾ ਨਾ। ਦੂਜੇ ਪਾਸੇ ਉਸੇ ਹੀ ਹਰਿਆਣੇ ਨਾਲ ਸੰਬੰਧਿਤ ਪ੍ਰੋਫੈਸਰ ਖੇਤੀਬਾੜੀ ਯੂਨੀਵਰਸਿਟੀ ਦਾ ਪ੍ਰੋਫੈਸਰ ਨਰਵਾਲ ਜਿਹੜੇ ਨੇ, ਉਹ ਪਹਿਲਾਂ ਬਿਮਾਰ ਰਹਿੰਦੇ ਨੇ ਤੇ ਫਿਰ ਉਹ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ। ਉਹਨਾਂ ਦੀ ਬੇਟੀ ਜਿਹੜੀ PhD ਕਰਦੀ ਹੈ, ਉਹ ਬੇਟੀ ਪਿੰਜਰਾ ਤੋੜ, ਕਿਉਂਕਿ ਕੁੜੀਆਂ ਦੇ ਹੱਕਾਂ ਦੇ ਲਈ ਲੜ ਰਹੀ ਸੀ, ਉੱਤੇ ਦੇਸ਼ ਧਰੋਹੀ ਦਾ ਕੇਸ ਪਾ ਕੇ ਤੁਸੀਂ ਅੰਦਰ ਬੰਦ ਕੀਤਾ ਹੋਇਆ ਸੀ। ਉਹਨੂੰ ਆਪਣੇ ਪਿਤਾ ਦੀ ਜਦੋਂ ਬਿਮਾਰੀ ਵੇਲੇ ਉਹਦੀ ਦੇਖਭਾਲ ਕਰਨ ਲਈ ਪੈਰੋਲ ਨਹੀਂ ਮਿਲਦੀ, ਜ਼ਮਾਨਤ ਨਹੀਂ ਮਿਲਦੀ। ਫਿਰ ਡੈਥ ਤੋਂ ਬਾਅਦ ਉਹਦੇ ਸੰਸਕਾਰ ਕਰਨ ਲਈ ਵੀ ਤਾਂ ਮਿਲਦੀ ਹੈ ਕਿ ਉਹ ਹੋਰ ਕੋਈ ਬੰਦਾ ਨਹੀਂ ਹੈ ਜੀ ਦੇਖਭਾਲ ਕਰਨ ਵਾਲਾ, ਇਸ ਡੈਕਰੀਮੇਟ ਕਰਨ ਵਾਲਾ, ਇਸ ਕਰਕੇ ਉਹਨੂੰ ਵੀ ਸੰਸਕਾਰ ਕਰਨ ਲਈ ਮੌਕਾ ਦਿਓ। ਮੰਨ ਲਓ ਜੇਕਰ ਕੋਈ ਹੋਰ ਬੰਦਾ ਵੀ ਹੁੰਦਾ, ਇੱਕ ਬੇਟੀ ਨੂੰ ਇਹ ਹੱਕ ਨਹੀਂ ਹੈ ਕਿ ਉਹ ਆਪਣੇ ਬਾਪ ਦੀ ਸੇਵਾ ਕਰੇ ਜਾਂ ਬਾਪ ਦੇ ਉਹਦੇ ਵਿੱਚ ਸ਼ਾਮਲ ਹੋਵੇ ਕ੍ਰੀਮੇਸ਼ਨ ਦੇ ਵਿੱਚ। ਅਤੇ ਇਹਦੇ ਤੋਂ ਇਲਾਵਾ ਵੀ ਕਿੰਨੇ ਹੀ ਲੋਕ, ਕੱਲ੍ਹ ਹੀ ਅਦਾਲਤ ਨੇ ਇੱਕ ਨੇ ਕਿਹਾ ਕਿ ਜਿਹੜੇ ਸਟੈਨ ਸਵਾਮੀ ਹੈ, ਬਜ਼ੁਰਗ ਇੰਨੇ ਲੰਮੇ ਸਮੇਂ ਦਾ, ਜਿਹੜਾ ਕਬਾਇਲੀ ਖੇਤਰ 'ਚ ਐਡੀ ਲੰਮੇ ਸਮੇਂ ਤੋਂ ਕੰਮ ਕਰਦਾ, ਉਹਦੇ 'ਤੇ ਵੀ ਮੋਦੀ ਨੂੰ ਮਾਰਨ ਦਾ ਇੱਕ ਮੁਕੱਦਮਾ ਹੈ। ਅਦਾਲਤਾਂ ਦੇ ਕਹਿਣ ਦੇ ਬਾਵਜੂਦ ਉਹਨੂੰ ਤੁਸੀਂ ਹਸਪਤਾਲ 'ਚ ਨਹੀਂ ਦਾਖਲ ਕਰਦੇ ਅਤੇ ਉਹਨੂੰ ਤੁਸੀਂ ਜੇਲ੍ਹ 'ਚ ਰੱਖਿਆ ਹੋਇਆ। ਵਰਵਰਾ ਰਾਓ ਨੂੰ ਵੀ ਉਦੋਂ ਬਾਅਦ ਮੁਸ਼ਕਲ ਨਾਲ ਹੀ ਜ਼ਮਾਨਤ ਦਿੱਤੀ, ਜਦੋਂ ਬਿਲਕੁਲ ਹੀ ਫਿਜ਼ੀਕਲੀ ਅਤੇ ਉਸ ਲੈਵਲ 'ਤੇ ਹੋ ਗਿਆ। ਪ੍ਰੋਫੈਸਰ ਤੇਲ ਤੁੰਬੜੇ ਦਾ ਜਿਹੜਾ ਸਵਾਲ ਸੀ, ਨੌਲਖਾ ਦਾ ਸਵਾਲ ਸੀ, ਉਹਨਾਂ ਦੀਆਂ ਜ਼ਮਾਨਤਾਂ ਤੁਸੀਂ ਬਿਲਕੁਲ ਇੱਕ ਫੇਕ ਉਹਦੇ 'ਤੇ ਰੱਦ ਕਰ ਰਹੇ ਹੋ ਕਿਸੇ ਨਾ ਕਿਸੇ ਰੂਪ 'ਚ। ਮਤਲਬ ਇੱਕ ਕਾਨੂੰਨ ਔਰ ਸੰਵਿਧਾਨ ਵੀ ਇਸ ਤਰੀਕੇ ਦਾ ਨਜ਼ਰ ਆਉਣਾ ਚਾਹੀਦਾ ਜਿਹੜਾ ਕਿ ਇਨਸਾਫ ਕਰਦਾ ਨਜ਼ਰ ਆਵੇ। ਜਦੋਂ ਸਿਲੈਕਟਿਵ ਕਰਦਾ, ਜਦੋਂ ਚੋਣ ਅਲੱਗ-ਅਲੱਗ ਤਰੀਕੇ ਦੀ ਕਰਦਾ। ਇੱਥੇ ਜਥੇਦਾਰ ਅਕਾਲ ਤਖਤ ਨੇ ਵੀ ਅੱਜ ਕਿਹਾ, ਇੱਕ ਸਵਾਲ ਉਠਾਇਆ। ਉਹਨੇ ਸਵਾਲ ਇਹ ਉਠਾਇਆ ਕਿ ਜਿਹੜੇ ਸਿੱਖ ਬੰਦੀ ਨੇ ਕਿਸੇ ਨਾ ਕਿਸੇ ਰੂਪ 'ਚ, ਚਾਹੇ ਉਹ ਬੇਅੰਤ ਸਿੰਘ ਦੇ ਕਤਲ ਦੇ ਮੁਕੱਦਮੇ 'ਚ ਨੇ, ਚਾਹੇ ਉਹ ਕਿਸੇ ਦੇ ਨੇ, ਇਹਨਾਂ 'ਤੇ ਵੀ ਕਤਲ ਮਰਡਰ ਦਾ ਹੀ ਕੇਸ ਆ ਨਾ। ਅਤੇ ਜੇ ਉਹ ਪੈਰੋਲ ਮੰਗਦੇ ਨੇ ਤਾਂ ਉਹਨਾਂ ਨੂੰ ਵੀ ਫਿਰ ਦੇਣੀ ਚਾਹੀਦੀ ਹੈ ਪੈਰੋਲ, ਜੇ ਦੂਜੇ ਨੂੰ ਦੇ ਸਕਦੇ। ਜੇ ਪੈਰੋਲ ਕਾਨੂੰਨੀ ਹੱਕ ਹੈ, ਜੇ ਤੁਸੀਂ ਜਿਹੜੇ ਪੈਰਾਮੀਟਰ 'ਚ ਰੱਖੇ ਹੋਏ ਨੇ ਕਿ ਕਿਸੇ ਦਾ ਕੋਈ ਘਰ ਦਾ ਬਿਮਾਰ ਹੈ, ਕਿਸੇ ਮੌਤ ਹੋਊਗੀ, ਜੋ ਮਰਜ਼ੀ, ਤਾਂ ਉਹ ਫਿਰ ਸਭ 'ਤੇ ਲਾਗੂ ਕਰਨਾ ਚਾਹੀਦਾ, ਕਿਸੇ ਇੱਕ 'ਤੇ ਲਾਗੂ ਕਿਉਂ ਕੀਤਾ ਜਾਣਾ ਚਾਹੀਦਾ। ਇਸ ਕਰਕੇ ਕੰਟਰੋਵਰਸੀ ਹੈ ਔਰ ਇਹ ਸਰਕਾਰਾਂ ਦੇ ਅਤੇ ਕਾਨੂੰਨ ਦੇ, ਕਿਉਂਕਿ ਪੈਰੋਲ ਜਿਹੜੀ ਹੁੰਦੀ ਹੈ ਨਾਰਮਲੀ ਉਹ ਜੇਲ੍ਹ ਸੁਪਰਡੈਂਟ ਤੋਂ ਅਤੇ ਡਿਸਟ੍ਰਿਕਟ ਮੈਜਿਸਟਰੇਟ ਤੱਕ ਜਾ ਕੇ ਉਹਦੀ ਅਪਰੂਵਲ ਤੋਂ ਬਿਨਾਂ ਨਹੀਂ ਮਿਲਦੀ ਨਾਰਮਲ ਤਰੀਕੇ ਦੇ ਨਾਲ, ਕਿਉਂਕਿ ਦੇਖਿਆ ਵੀ ਇਹਦਾ ਚਾਲ ਚੱਲਣ ਠੀਕ ਹੈ ਜੀ, ਵਾਪਸ ਕਿਤੇ ਬਾਹਰ ਜਾ ਕੇ ਮੁੜ ਕੇ ਆਵੇ ਹੀ ਨਾ, ਚਲਾ ਜਾਵੇ, ਇਹ ਵੀ ਸਵਾਲ ਹੈ। ਅਤੇ ਇੱਕ ਅਗਲਾ ਦੂਜਾ ਜਿਹੜਾ ਇੱਕ ਹੋਰ ਤੀਜਾ ਸਵਾਲ ਜਿਹੜਾ ਤੁਸੀਂ ਕੀਤਾ ਕਿ ਕਰੋਨਾ ਦਾ ਸਵਾਲ ਹੈ। ਆਮ ਲੋਕਾਂ ਦੇ ਤੁਸੀਂ ਚਲਾਨ ਕੱਟੀ ਜਾ ਰਹੇ ਹੋ ਥੋੜ੍ਹੇ ਵੀ, ਕਾਰ 'ਚ 2 ਤੋਂ 3 ਬੰਦੇ ਕਿਉਂ ਨੇ, ਮੋਟਰਸਾਈਕਲ 'ਤੇ ਮਾਸਕ ਨਹੀਂ ਪਾਇਆ। ਜਿਹੜਾ ਗਰੀਬ ਬੰਦਾ 300 ਰੁਪਏ ਦਿਹਾੜੀ ਕਮਾਉਂਦਾ ਤਾਂ ਉਹਦਾ ਤੁਸੀਂ 1000 ਰੁਪਇਆ ਜੁਰਮਾਨਾ ਕਰ ਦਿੰਦੇ ਹੋ ਮਾਸਕ ਨਾ। ਅਤੇ ਜਦੋਂ ਡੇਰਾ ਮੁਖੀ ਜਾਂਦਾ ਹੈ, ਕਈ ਤਾਂ ਕਹਿੰਦੇ ਨੇ 1000 ਗੱਡੀ ਗਈ ਹੈ, ਕੋਈ 500 ਕਹਿੰਦਾ, 200 ਕਹਿੰਦਾ, ਜੇ 50 ਵੀ ਹੋਣ ਅਤੇ ਜੇ ਇੰਨਾ ਇਕੱਠੇ ਹੋ ਕੇ ਜੇ ਉਸ ਤਰੀਕੇ ਨਾਲ ਜਾਂਦੇ ਹੋ ਤੁਸੀਂ, ਉਸ ਪ੍ਰੋਟੋਕੋਲ ਦਾ ਮਤਲਬ ਪਾਲਣ ਨਹੀਂ ਕਰਦੇ, ਤਾਂ ਸਟੇਟ ਕਿੱਥੇ ਜਾਂਦੀ ਹੈ? ਫਿਰ ਸਰਕਾਰ ਕੀ ਕਰਦੀ ਹੈ ਉਸ ਮਾਮਲੇ 'ਚ? ਇਹਦਾ ਮਤਲਬ ਤਕੜੇ ਦਾ ਸੱਤੀ ਵੀ ਹਿੰਸਾਓ ਹੈ। ਜਿਹਦਾ ਕੰਮ ਚੱਲਦਾ ਉਹਨੂੰ ਤੁਸੀਂ ਅੱਖਾਂ ਪਰਾਂ ਨੂੰ ਕਰ ਲਓ, ਜਿਹਦਾ ਨਹੀਂ ਚੱਲਦਾ ਉਹਦੇ ਗਰੀਬ 'ਤੇ ਹੋਰ ਜ਼ਿਆਦਾ। ਪੁਲਿਸ ਰੇਹੜੀਆਂ ਵਾਲਿਆਂ ਦੇ ਰੇਹੜੀਆਂ ਉਲਟਾਈ ਜਾਂਦੀ ਹੈ, ਥੱਪੜ ਮਾਰੀ ਜਾਂਦੀ ਹੈ, ਜਿਹੜਾ ਰੋਜੀ ਰੋਟੀ ਲਈ ਖੜ੍ਹਾ ਹੈ। ਇਸ ਪਾਸੇ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਕਾਨੂੰਨ ਦੀ ਨਜ਼ਰ 'ਚ ਸਾਰੇ ਬਰਾਬਰ ਹੋਣੇ ਚਾਹੀਦੇ ਨੇ, ਉਹ 'ਚ ਵਿਤਕਰਾ ਨਹੀਂ ਹੋਣਾ ਚਾਹੀਦਾ। ਜਿਹੜੀ ਆਮ ਇਨਸਾਨ ਦੀ ਗੱਲ ਹੈ ਜੀ, ਉਹ ਤਾਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਜੋ JCB ਮਸ਼ੀਨ ਹੈ ਉਸ ਦੇ ਨਾਲ ਇੱਕ ਜਗ੍ਹਾ ਇੰਡੀਆ ਵਿੱਚ ਸਬਜ਼ੀਆਂ ਅਤੇ ਫਲਾਂ ਨਾਲ ਲੱਦੀਆਂ ਹੋਈਆਂ ਰੇਹੜੀਆਂ ਤੋੜੀਆਂ ਜਾ ਰਹੀਆਂ। ਇਹ ਸਰਕਾਰ ਦੀ ਜੋ ਇੱਕ ਵਿਤਕਰੇਬਾਜ਼ੀ ਦਾ ਤਰੀਕਾ ਹੈ ਕਿ ਬਾਬੇ ਨੂੰ ਤਾਂ ਮਿਲ ਸਕਦੀ ਹੈ ਪਰ ਪ੍ਰੋਫੈਸਰ ਦੀ ਧੀ ਨੂੰ ਨਹੀਂ ਪੈਰੋਲ ਮਿਲ ਸਕਦੀ। ਅਤੇ ਬਾਕੀ ਜਿੱਥੇ ਤੱਕ ਇਹਨਾਂ ਦਾ ਦਲਿਤਾਂ ਦਾ ਸਵਾਲ ਹੈ, ਉਹ ਤਾਂ ਸਾਰਾ ਸਾਹਮਣੇ ਹੀ ਹੈ ਜੀ। ਰੋਸਟਰ ਦਾ ਮਾਮਲਾ, ਰਿਜ਼ਰਵੇਸ਼ਨ ਦਾ ਯੂਨੀਵਰਸਿਟੀਆਂ ਵਿੱਚ, ਫਿਰ SC ST ਐਕਟ ਹੈ। ਇੱਕ ਵਾਰ ਸੇ ਕਹੀ ਜਾਂਦੇ ਰਿਜ਼ਰਵੇਸ਼ਨ ਨੂੰ ਚਾਲੂ ਰੱਖਾਂਗੇ ਪਰ ਖਤਮ ਵਰਗੀ ਹੋ ਜਾਊਗੀ, ਉਤੋਂ ਇਹ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਕਰਦੇ ਹਨ। ਇਹ ਗੱਲ ਤੁਹਾਡੀ ਹਰਮੀਤ ਸਿੰਘ ਜੀ। ਅਤੇ ਇਸ ਤੋਂ ਅੱਗੇ ਇੱਕ ਦੁਖਦਾਈ ਖਬਰ ਹੈ ਅੱਜ ਦੀ ਕਿ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਜੀ, ਜਿਨ੍ਹਾਂ ਦਾ ਦੇਸ਼ ਵਿੱਚ ਵਾਤਾਵਰਨ ਦੇ ਚਿਪਕੋ ਅੰਦੋਲਨ ਅਤੇ ਉਹਦੀ ਰਾਖੀ 'ਚ, ਰੁੱਖਾਂ ਦੀ ਰਾਖੀ 'ਚ ਬਹੁਤ ਵੱਡਾ ਯੋਗਦਾਨ ਹੈ। ਬਹੁਤ ਇੱਕ ਵੱਡਾ ਅੰਦੋਲਨ ਸੀਗਾ ਅਤੇ ਉਹਨਾਂ ਦਾ ਅੱਜ ਦੇਹਾਂਤ ਹੋ ਗਿਆ ਦਿੱਲੀ ਵਿੱਚ। ਕਾਫੀ ਉਮਰ ਵੀ ਹੋ ਗਈ ਸੀ ਉਹਨਾਂ ਦੀ, ਅਤੇ ਉਹਨਾਂ ਨੂੰ ਵੀ ਅਸੀਂ ਅੱਜ ਇਸ ਮੰਚ ਤੋਂ ਪੰਜਾਬੀ ਟ੍ਰਿਬਿਊਨ 'ਤੇ ਸ਼ਰਧਾਂਜਲੀ ਦਿੰਦੇ ਹਾਂ ਅਤੇ ਉਹਨਾਂ ਬਾਰੇ ਵੀ ਜ਼ਰਾ ਚਾਨਣਾ ਪਾਓ ਜੀ। ਹਾਂ ਬਿਲਕੁਲ, ਕੁਛ ਇਨਸਾਨ ਐਸੇ ਹੁੰਦੇ ਨੇ ਜਿਹੜੇ ਸਮਾਜ ਨੂੰ ਸਿਧਾਂਤਕ ਪੱਧਰ 'ਤੇ ਜਾਂ ਸਮਾਜ ਨੂੰ ਸੰਭਾਵਿਤ ਖਤਰਿਆਂ ਤੋਂ ਲਗਾਤਾਰ ਚੇਤਾਉਂਦੇ ਰਹਿੰਦੇ ਨੇ ਅਤੇ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਸਮਾਜ ਠੀਕ, ਜਿਹੜਾ ਗਲਤ ਜਾ ਰਿਹਾ ਉਹ ਠੀਕ ਪਾਸੇ ਆ ਜਾਏ। ਜਿਵੇਂ ਪੰਜਾਬ ਦੇ ਵਿੱਚ ਭਗਤ ਪੂਰਨ ਸਿੰਘ ਸੀਗੇ। ਭਗਤ ਪੂਰਨ ਸਿੰਘ ਨੇ 2 ਮੁੱਦਿਆਂ 'ਤੇ ਬਹੁਤ ਸੀਰੀਅਸਲੀ ਕੰਮ ਕੀਤਾ। ਇੱਕ ਤਾਂ ਜਿਹੜੇ ਬੰਦੇ
ਜਿਨ੍ਹਾਂ ਨੂੰ ਕਹਿੰਦੇ ਨੇ ਕੋਡ ਹੋ ਗਿਆ, ਕੋਈ ਨੇੜੇ ਨਹੀਂ ਜਾਂਦਾ, ਬਾਕੀ ਨਹੀਂ, ਔਰ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਕੇ ਉਹ ਪਾਕਿਸਤਾਨ ਦੀ ਵੰਡ ਵੇਲੇ ਤੋਂ ਲੈ ਕੇ, ਦੇਸ਼ ਦੀ ਵੰਡ ਵੇਲੇ ਤੋਂ, ਪਾਕਿਸਤਾਨ ਵੰਡ ਤੋਂ ਆਉਂਦੇ ਨੇ, ਆ ਕੇ ਇੱਕ ਐਡੇ ਵੱਡੀ ਸੰਸਥਾ ਖੜੀ ਕਰਦੇ ਨੇ ਪਿੰਗਲਵਾੜੇ ਦੇ ਰੂਪ ਦੇ ਵਿੱਚ। ਅਤੇ ਉਦੋਂ ਤੋਂ ਹੀ ਉਹ ਵਾਤਾਵਰਨ ਬਾਰੇ ਐਸੀਆਂ ਲਿਖਤਾਂ ਲਿਖਦੇ ਨੇ, ਉਹ ਇਕੱਲੀਆਂ ਇੰਜਨ ਵਾਲੀ ਗੱਡੀ 'ਚ ਨਹੀਂ ਸੀ ਬੈਠਦੇ ਛੇਤੀ ਕੀਤੇ ਕਿ ਵਾਤਾਵਰਨ ਖਰਾਬ ਕਰਦੀ ਹੈ, ਏਸੀ ਤਾਂ ਦੂਰ ਦੀ ਗੱਲ ਆ ਜਾਂ ਬਾਕੀ ਹੈ, ਕਿਉਂਕਿ ਉਹਨਾਂ ਨੂੰ ਅਗਲਾ ਫਿਊਚਰ ਦਿਖਾਈ ਦਿੰਦਾ ਸੀ, ਭਵਿੱਖ ਦਿਖਾਈ ਦਿੰਦਾ ਸੀ ਕਿ ਇਹ ਕਿਸ ਤਰੀਕੇ ਦਾ ਮਾਹੌਲ ਖਰਾਬ ਕਰੂਗਾ ਆਉਣ ਵਾਲੇ ਦਿਨਾਂ 'ਚ। ਇਸੇ ਤਰ੍ਹਾਂ ਸੁੰਦਰ ਲਾਲ ਬਹੁਗੁਣਾ ਜੀ, ਜਿਹੜੇ 94 ਸਾਲ ਦੀ ਉਮਰ ਹੈ, ਜਾਣਾ ਤਾਂ ਸਾਰਿਆਂ ਨਹੀਂ ਹੈ ਮਤਲਬ ਜ਼ਿੰਦਗੀ ਤੋਂ, ਪਰ ਉਹਦੇ ਕੰਮ ਕੀ ਨੇ, ਉਹਨੇ ਕੀ ਕੀਤਾ ਹੈ। 1973 ਦੇ ਵਿੱਚ ਚਿਪਕੋ ਮੂਵਮੈਂਟ ਚੱਲੀ, ਜਦੋਂ ਬਹੁਤ ਵੱਡੇ ਪੱਧਰ 'ਤੇ ਦਰਖਤ ਵੱਢਣ ਦਾ ਇੱਕ ਫੈਸਲਾ ਹੋ ਗਿਆ ਉੱਤਰਾਖੰਡ ਦੇ ਸਾਰੇ ਏਰੀਏ ਦੇ ਵਿੱਚ, ਇਲਾਕੇ ਦੇ ਵਿੱਚ, ਪਹਾੜੀ ਇਲਾਕੇ ਦੇ ਵਿੱਚ। ਤਾਂ ਉਹਨਾਂ ਨੇ ਇੱਕ ਮੂਵਮੈਂਟ ਚਲਾਈ ਚਿਪਕੋ, ਕਿ ਜਦੋਂ ਬੰਦੇ ਜਿਹੜੇ ਉੱਥੇ ਦੇ ਨਾਗਰਿਕ ਸੀ, ਬੱਚੇ, ਬੁੱਢੇ, ਬੀਬੀਆਂ, ਦਰਖਤਾਂ ਨਾਲ ਐ ਚਿੰਬੜ ਜਾਂਦੇ ਸੀ, ਜਦੋਂ ਉਹ ਵੱਢਣ ਆਉਂਦੇ ਸੀ ਉਹ ਕਹਿੰਦੇ ਸੀ ਕਿ ਸਾਨੂੰ ਵੱਢੋ ਪਹਿਲਾਂ ਅਤੇ ਉਦੋਂ ਬਾਅਦ ਤੁਸੀਂ ਉਹ ਮਤਲਬ ਇਹ ਹੈ ਕਿ ਸਾਡਾ ਜਿੰਦਾ ਦਰਖਤ ਸਾਡੇ ਜੀਵਨ ਜਿੰਨਾ ਹੀ ਜ਼ਰੂਰੀ ਹੈ। ਜੇ ਦਰਖਤ ਨਹੀਂ ਹੈ ਤਾਂ ਸਾਡਾ ਜੀਵਨ ਦੀ ਵੀ ਕੋਈ ਔਕਾਤ ਨਹੀਂ ਬਚੇਗੀ, ਅਸੀਂ ਉਹਦੇ ਲਈ ਮਰਨ ਲਈ ਤਿਆਰ ਹਾਂ। ਅਤੇ ਉਹ ਚਿਪਕੋ ਮੂਵਮੈਂਟ ਜਿਹੜੀ ਹੈ ਉਹ ਦੁਨੀਆ ਪੱਧਰ 'ਤੇ ਵਾਤਾਵਰਨ ਦੀ ਮੂਵਮੈਂਟ ਦੇ ਤੌਰ 'ਤੇ ਮਸ਼ਹੂਰ ਹੋਈ ਬਹੁਤ ਵੱਡੇ ਪੱਧਰ ਦੇ ਉੱਤੇ। ਇਹ ਅਲੱਗ ਗੱਲ ਹੈ ਕਿ ਉਦੋਂ ਥੋੜ੍ਹਾ ਬਹੁਤ ਟੈਕਲ ਕਰ ਲਿਆ ਇੱਧਰ ਉੱਧਰ, ਸਰਕਾਰਾਂ ਨੇ ਚੇਤਿਆ ਫਿਰ ਵੀ ਨਹੀਂ। ਸਰਕਾਰਾਂ ਉਸੇ ਮਾਡਲ 'ਤੇ ਚੱਲਦੀਆਂ ਨੇ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਤੂਫਾਨ ਆ ਰਹੇ ਨੇ, ਇਹ ਮਲੀਆਮੇਟ ਕਰ ਰਹੇ ਨੇ, ਜਿਸ ਤਰੀਕੇ ਨਾਲ ਸੁਨਾਮੀਆਂ ਆ ਰਹੀਆਂ ਨੇ, ਜਿਸ ਤਰੀਕੇ ਨਾਲ ਵਾਇਰਸ ਆ ਰਹੇ ਨੇ, ਇਹ ਸਾਰੇ ਹੀ ਕੁਦਰਤ ਦੇ ਪ੍ਰਤੀ ਜਿਹੜੀ ਸਾਡੀ ਅਪਰੋਚ ਹੈ, ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ, ਜਿਹਨੂੰ ਚੁਣੌਤੀ ਭਗਤ ਪੂਰਨ ਸਿੰਘ ਅਤੇ ਸੁੰਦਰ ਲਾਲ ਬਹੁਗੁਣਾ ਹੋਣੀ ਦਿੰਦੇ ਰਹੇ ਨੇ ਕਿ ਇਹ ਮਾਡਲ ਲੋਕਾਂ ਦੇ ਭਵਿੱਖ ਦਾ ਦੁਸ਼ਮਣ ਹੈ, ਇਹ ਕੁਦਰਤ ਦੇ ਵੀ ਖਿਲਾਫ ਹੈ ਅਤੇ ਮਨੁੱਖ ਦੇ ਵੀ ਖਿਲਾਫ ਹੈ। ਇਸ ਕਰਕੇ ਇਹਦੇ ਮੁਕਾਬਲੇ ਠੀਕ ਹੈ ਕਿ ਉਹ ਪਾਵਰਫੁਲ ਬੰਦੇ ਨਹੀਂ, ਕਦੇ ਸੱਤਾ 'ਚ ਨਹੀਂ ਆਏ, ਪਰ ਉਹਨਾਂ ਦਾ ਜਿਹੜਾ ਸਮਾਜਿਕ ਪ੍ਰਭਾਵ ਹੈ ਉਹ ਜੇਕਰ ਕਬੂਲਿਆ ਨਹੀਂ ਜਾਂਦਾ, ਜੇ ਉਹਨਾਂ ਦੇ ਜਿਹੜੇ ਕਾਰਜ ਨੇ, ਜਿਹੜਾ ਕੰਮ ਕਾਜ ਹੈ, ਜਿਹੜਾ ਉਹਨਾਂ ਦਾ ਉਦੇਸ਼ ਹੈ, ਉਹਦੇ ਤੋਂ ਸਿੱਖ ਕੇ ਕੋਈ ਆਪਣੇ ਜੀਵਨ ਦੇ ਵਿੱਚ ਤਬਦੀਲੀ ਨਹੀਂ ਆਉਂਦੀ ਦੇਸ਼ ਦੇ ਵਿੱਚ, ਫਿਰ ਤਾਂ ਕੋਈ ਫਾਇਦਾ ਨਹੀਂ। ਸ਼ਰਧਾਂਜਲੀ ਦਾ ਮਤਲਬ ਇਹ ਹੈ ਕਿ ਉਹਨਾਂ ਤੋਂ ਇਹ ਗੱਲਾਂ ਸਿੱਖਣ ਦੀ ਸਵਾਲ ਹੈ ਸਾਰੀਆਂ। ਔਰ ਇਸੇ ਕਰਕੇ ਇਹ ਹੈ ਕਿ ਬਹੁਗੁਣਾ ਜੀ ਤੇ ਠੀਕ ਹੈ, ਪ੍ਰਧਾਨ ਮੰਤਰੀ ਨੇ ਵੀ, ਬਾਕੀ ਨੇ, ਸਭ ਨੇ ਟਵੀਟ ਕੀਤਾ ਕਿ ਬਹੁਤ ਨੁਕਸਾਨ ਹੋਇਆ। ਉਹ ਕਹਿੰਦੇ ਸੀ ਇਕੋਲੋਜੀ ਜਿਹੜੀ ਹੈ, ਜਲਵਾਯੂ ਜਿਹੜਾ ਉਹ ਪਰਮਾਨੈਂਟ ਇਕੋਨਮੀ ਹੈ, ਤੁਹਾਡੀ ਸਥਾਈ ਆਰਥਿਕਤਾ ਹੈ। ਜੇ ਤੁਸੀਂ ਇਹ ਜਲਵਾਯੂ, ਜੇ ਵਾਤਾਵਰਨ ਖਰਾਬ ਕਰ ਲਿਆ ਤਾਂ ਅਰਥ ਵਿਵਸਥਾ ਜਿਹੜੀ ਆਰਥਿਕਤਾ ਦੇ ਨਾਂ 'ਤੇ ਤੁਸੀਂ ਕਰ ਰਹੇ ਹੋ, ਆਰਥਿਕ ਵਿਕਾਸ ਦੇ ਨਾਂ 'ਤੇ, ਉਹ ਵੀ ਨਹੀਂ ਰਹੂਗਾ। ਪਰਮਾਨੈਂਟ ਸਥਾਈ ਅਰਥ ਵਿਵਸਥਾ ਤਬਾਹ ਕਰਕੇ ਆਰਜੀ ਅਤੇ ਅਸਥਾਈ ਅਰਥ ਵਿਵਸਥਾ ਦਾ ਮਾਡਲ ਸਿਰਜਣਾ, ਇਹ ਕਿਸੇ ਵੀ ਤਰ੍ਹਾਂ ਮਾਨਵਤਾ ਦੇ ਪੱਖ ਦੇ ਵਿੱਚ ਨਹੀਂ ਹੈ। ਇਸ ਕਰਕੇ ਸੁੰਦਰ ਲਾਲ ਬਹੁਗੁਣਾ ਜੀ ਦੀ ਜਿਹੜੀ ਯਾਦ ਔਰ ਉਹਨਾਂ ਦੀ ਜਿਹੜੀ ਮੂਵਮੈਂਟ, ਉਹਨਾਂ ਦਾ ਜਿਹੜੇ ਭਾਸ਼ਣ, ਉਹ ਯਾਦ ਕੀਤੇ ਜਾਣੇ ਚਾਹੀਦੇ ਨੇ ਵਾਰ-ਵਾਰ ਸਾਰੀਆਂ ਪੀੜ੍ਹੀਆਂ ਤੋਂ, ਤਾਂ ਕਿ ਆਉਣ ਵਾਲਾ ਭਵਿੱਖ ਸਾਡਾ ਕੁਝ ਠੀਕ ਤਰੀਕੇ ਦਾ ਬਣ ਸਕੇ, ਉਹਨਾਂ ਤੋਂ ਅਸੀਂ ਸਿੱਖਿਆ ਲੈ ਕੇ ਅੱਗੇ ਵੱਧ ਸਕਦੇ ਹਾਂ। ਉਹਨਾਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਊਗੀ ਕਿ ਅਸੀਂ ਵਾਤਾਵਰਨ ਨੂੰ ਆਪਣੇ ਨੂੰ ਬਚਾਈਏ। ਜਿਵੇਂ ਹਮੀਰ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਜਿਹੜੇ ਤੂਫਾਨ ਆ ਰਹੇ ਹਨ, ਇਸੇ ਤਰ੍ਹਾਂ ਖਾਸ ਕਰ ਉੱਤਰਾਖੰਡ ਪਹਾੜਾਂ ਵਾਲੇ ਇਲਾਕਿਆਂ 'ਚ ਜ਼ਮੀਨ ਢਿੱਗਾਂ ਖਿਸਕਣ ਦੀਆਂ ਘਟਨਾਵਾਂ, ਬਰਫ਼ ਦੇ ਤੋਦੇ ਔਰ ਬੱਦਲ ਫਟਣ ਦੀਆਂ ਘਟਨਾਵਾਂ, ਇਹ ਸਾਰੀਆਂ ਕਿਤੇ ਨਾ ਕਿਤੇ ਵਾਤਾਵਰਨ ਨੂੰ ਜਿਹੜਾ ਅਸੀਂ ਇੰਨਾ ਨਿਘਾਰ ਆਇਆ, ਅਸੀਂ ਬੁਰੀ ਤਰ੍ਹਾਂ ਤੋੜ ਮਰੋੜ ਕੇ ਰੱਖ ਦਿੱਤਾ, ਉਹਦਾ ਸਿੱਟਾ ਹੈ। ਅਤੇ ਇਸ ਤੋਂ ਅਸੀਂ ਆਪਣੇ ਆਪ ਨੂੰ ਥੋੜ੍ਹਾ ਬਹੁਤਾ ਰੋਕ ਸਕੀਏ, ਵਾਤਾਵਰਨ ਨੂੰ ਆਪਣੇ ਬਚਾ ਸਕੀਏ, ਇਹੀ ਅੱਜ ਦੇ ਦਿਨ ਔਰ ਇਹੀ ਹਮੇਸ਼ਾ ਉਹਨਾਂ ਦੀ ਜੋ ਐਡੀ ਘਾਲਣਾ ਘਾਲੀ ਸੁੰਦਰ ਲਾਲ ਬਹੁਗੁਣਾ ਜੀ ਨੇ, ਅਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੋ ਇਹ ਸੀ ਅੱਜ ਦੀ ਵੇਲੇ ਦੀ ਗੱਲ। ਭਲਕੇ ਇੱਕ ਨਵੇਂ ਵਿਸ਼ੇ ਨਾਲ ਫਿਰ ਤੁਹਾਡੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ, ਸ਼ੁਕਰੀਆ।